آج کل انٹرنیٹ اور فون کالز کے ذریعے فراڈیوں نے جو طریقہ اختیار کیا ہے کہ وہ فون کالز کر کے لوگوں سے پیسے بٹور لیتے ہیں، تو ایسے ہی ایک بزرگ ہمارے پاس آئے ہیں اور جن کا کہنا ہے کہ ان کے ساتھ فون کال پہ بہت بڑا فراڈ ہوا ہے، تو ہم ان سے بات کرتے ہیں کہ وہ کیا کہتے ہیں۔ اچھا جی، تہاڈا نام کی ہے؟ امیر حمزہ۔ امیر حمزہ صاحب، تہاڈے نال یہ فراڈ کس طرح ہویا؟ یہ تقریباً میں 12 ਵਜੇ ਦੇ ਟਾਈਮ 12 ਤੋਂ ਪਹਿਲੇ ਉਹ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਇੱਥੇ ਮੱਕੀ, ਉਹਨਾਂ ਦਾ ਬੱਚਾ ਕੁਵੈਤ ਗਿਆ ਹੈ, ਕਫਾਇਤ ਉਹਦਾ ਨਾਂ ਹੈ, ਅਤੇ ਮੈਂ ਉਹਦੇ ਭੁਲੇਖੇ 'ਤੇ ਮੈਨੂੰ ਕਾਲ ਆਈ ਹੈ। ਉਹਨੇ ਆਖਿਆ ਮੈਂ ਜੀ ਚਾਚੂ ਮੈਂ ਕਫਾਇਤ ਬੋਲ ਰਿਹਾ। ਉਹਨੇ ਪੁੱਛਿਆ ਪਹਿਲੇ ਫੋਨ ਕਰਕੇ, ਹਾਂਜੀ। ਮੈਂ ਪੁੱਛਦਾ ਰਿਹਾ ਵੀ ਕੌਣ ਹੈ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆ ਰਹੀ। ਹਾਂਜੀ ਕੌਣ ਬੋਲ ਰਹੇ ਹੋ ਜੀ? ਮੈਂ ਕਿਹਾ ਮੈਂ ਅਮੀਰ ਹਮਜ਼ਾ ਬੋਲ ਰਿਹਾ। ਮੈਂ ਕਿਹਾ ਤੁਸੀਂ ਕੌਣ ਬੋਲ ਰਹੇ ਹੋ? ਕਫਾਇਤ ਬੋਲ ਰਿਹਾ ਜੀ। ਚਾਚੂ ਮੈਂ ਤੁਹਾਡੇ ਸ਼ਨਾਖਤੀ ਕਾਰਡ ਦੇ ਉੱਤੇ ਪੈਸੇ 5 ਲੱਖ ਗਿਲਾ ਰਿਹਾ, ਅਤੇ ਇਹ ਮੇਰਾ ਤੇਰਾ ਓਲਾ ਹੈ, ਤੂੰ ਮੇਰੇ ਘਰਦਿਆਂ ਨੂੰ ਨਹੀਂ ਦੱਸਣਾ, ਨਾ ਤੂੰ ਆਪਣੇ ਘਰਦਿਆਂ ਨੂੰ ਦੱਸਣਾ। ਮੈਂ ਤਾਂ ਬੋਲਣਾ ਬੋਲ ਜਾ, ਇਹ ਤੇਰਾ ਮੇਰਾ ਮਸਲਾ ਹੈ, ਮੈਂ ਤੇਰੇ ਕੋਲ ਲੈਣ ਦੇਣ ਜਦੋਂ ਜਿਵੇਂ ਮਰਜ਼ੀ ਭਾਵੇਂ ਜਿਤਨੇ ਰੱਖ ਲਈ ਵਿੱਚੋਂ ਕੋਈ ਤੈਨੂੰ ਡਿਸਕਾਊਂਟ ਦੇ ਦਿੱਤਾ। ਮੈਂ ਕਿਹਾ ਮੈਨੂੰ ਕੋਈ ਲਾਲਚ ਨਹੀਂ, ਤੂੰ ਮੇਰਾ ਬੱਚਾ ਹੈ, ਇਹ ਗੱਲ ਨਹੀਂ ਹੈ, ਅਤੇ ਠੀਕ ਹੈ ਤੇਰੀ ਅਮਾਨਤ ਮੇਰੇ ਕੋਲ ਹੈ, ਜਦੋਂ ਆਏਗਾ ਤੇਰੀ ਸੋਨੇ ਤਰ੍ਹਾਂ ਹੋਵੇ ਦੀ। ਉਹਨੇ ਕਿਹਾ ਅੱਛਾ ਮੈਂ ਤੇਰੇ ਸ਼ਨਾਖਤੀ ਕਾਰਡ ਨੰਬਰ ਦੇ। ਮੈਂ ਫਿਰ ਉਹਨੂੰ ਸ਼ਨਾਖਤੀ ਕਾਰਡ ਨੰਬਰ ਦਿੱਤਾ ਹੈ। ਫਿਰ ਘੰਟਾ 2 ਹੋਇਆ ਨਾ, ਉਹਨੇ ਆਖਿਆ ਜੀ ਮੈਂ ਪੈਸੇ ਤੇਰੇ 'ਤੇ 5 ਲੱਖ ਫਿਰ ਗਲਾ ਦਿੱਤੇ ਨੇ, ਅਤੇ ਮੈਂ ਜਦੋਂ ਵੀ ਆਇਆ ਲੈ ਲਾਂਗਾ। ਉਸ ਤੋਂ ਬਾਅਦ ਫਿਰ ਘੰਟੇ ਬਾਅਦ ਫਿਰ ਕਾਲ ਆਈ ਉਸੇ ਦੀ। ਚਾਚੂ ਉਹ ਤਾਂ ਕਫੀਲ ਨੂੰ ਪਤਾ ਲੱਗ ਗਿਆ ਹੈ, ਮੈਂ ਉਹਦੇ ਪੈਸੇ 1,80,000 ਦੇਣਾ ਸੀ, ਅਤੇ ਉਹ ਕਫੀਲ ਮੇਰੇ ਪਾਸਪੋਰਟ ਗਾਮਾ ਅਤੇ ਸਭ ਕੁਝ ਉਹ ਵੀਜ਼ਾ ਲੈ ਕੇ ਆਪਣੇ ਕੋਲ ਚਲਾ ਗਿਆ। ਉਹਨੇ ਆਖਿਆ ਤੈਨੂੰ ਪ੍ਰਮੋਟ ਕਰਕੇ ਪਾਕਿਸਤਾਨ ਭੇਜਾ ਦੇਣਾ। ਇਹ ਮੇਰੇ 5 ਸਾਲ ਵਾਸਤੇ ਮੈਂ ਕਿਸੇ ਮੁਲਕ ਨਹੀਂ ਜਾ ਸਕਦਾ, ਮੇਰੇ ਨਾਲ ਤਾਂ ਬੜਾ ਜ਼ੁਲਮ ਹੋ ਗਿਆ। ਤੇਰੀ ਮਿਹਰਬਾਨੀ ਖੁਦਾ ਵਦਾ ਵਾਸਤੇ, ਜਿਵੇਂ ਜਾਣਨਾ ਹੈ ਕਿੱਧਰੋਂ ਮੰਗ ਪੈਣ ਕੇ ਜਿਵੇਂ ਵੀ ਤੂੰ ਕਰਕੇ ਮੈਨੂੰ ਦੇ ਦੇ। ਮੈਂ ਕਿਹਾ ਯਾਰ ਮੇਰੇ ਕੋਲ ਤਾਂ 1 ਰੁਪਈਆ ਵੀ ਨਹੀਂ, ਉਹ ਹੀ ਤੂੰ ਕਹਿ ਰਿਹਾ ਵੀ ਜਿਹੜੇ ਗਲਾਏ ਨੇ। ਮੈਂ ਸਵਾਰ ਵਾਲੇ ਦਿਨ ਉਹਨੇ ਆਖਿਆ ਸਵਾਰ ਨੂੰ ਆ ਜਾਣੇ ਨੇ ਤੇਰੇ ਸ਼ਨਾਖਤੀ ਕਾਰਡ, ਮੇਰੇ ਕੋਲ 1 ਰੁਪਈਆ ਨਹੀਂ ਹੈ, ਮੈਂ ਕਿੱਥੋਂ ਦਿਆਂ? ਮੇਰੇ ਕੋਲ ਅਜ਼ੀਜ਼ੋ ਕਾਰਬ ਵੀ ਇਤਨੇ ਨਹੀਂ ਵੀ ਜਿਨ੍ਹਾਂ को मैं जाके ਮੰਗਾਂ ਤੇ ਦੇ ਦੇਣ। ਆਖੇ ਤੇਰੀ ਮਿਹਰਬਾਨੀ, ਜਿਵੇਂ ਜਾਣਨਾ ਕਰ, ਕੋਸ਼ਿਸ਼ ਕਰ। ਮੈਂ ਫਿਰ ਭਾਣਜੇ ਲੱਗਦੇ ਨੇ ਰਿਸ਼ਤੇਦਾਰ ਫਿਰੋਜ਼ ਬਟੂਆਂ, ਉੱਥੇ ਚਲਾ ਗਿਆ। ਉਹਨਾਂ ਕੋਲ ਤਰਲਾ ਲਿਆ ਵੀ ਯਾਰ ਤੇਰੀ ਮਿਹਰਬਾਨੀ, ਆਇਆ ਗੱਲ ਬਣ ਗਈ। ਉਹ ਵੀ ਮੈਨੂੰ ਆਖਦੇ ਰਹੇ ਨੇ ਖਾਲੂ ਇੰਝ ਕਰ, ਲੋਕ ਅੱਜ ਕੱਲ੍ਹ ਬੜੇ ਫਰਾਡ ਚਲਾ ਰਹੇ ਨੇ, ਅਤੇ ਇਹ ਕੋਈ ਚੱਕਰ ਨਾ ਚੱਲ ਜਾਵੇ। ਮੈਂ ਕਿਹਾ ਨਹੀਂ ਯਾਰ ਛੱਡੋ ਯਾਰ, ਤੁਹਾਨੂੰ ਨਹੀਂ ਪਤਾ, ਉਹਦੀ ਮੇਰੀ ਆਪਣੀ ਗੱਲ ਹੈ। ਉਹਨਾਂ ਬੇਤ ਉਹਨੇ ਇਹ ਆਖਿਆ ਵੀ ਯਾਰ ਨਾ ਲਈ, ਅਤੇ ਉਹਨਾਂ ਆਪਣਾ ਮੇਰਾ ਲਿਹਾਜ਼ ਕਰਦੇ ਉਮਰ ਦਾ ਜਾਂ ਰਿਸ਼ਤੇਦਾਰੀ ਦਾ ਮੰਗ ਪੈਣ ਕੇ ਕਿੱਧਰੋਂ ਉਹਨੇ ਮੈਨੂੰ ਕਰ ਦਿੱਤਾ 50,000, ਫਿਰ 50,000 ਦੂਸਰੇ ਭਾਣਜੇ ਨੇ ਕਰ ਦਿੱਤਾ ਵੀ ਇਹਦੀ ਇੱਜ਼ਤ ਰਹਿ ਜਾਵੇ। ਉਹ ਮੈਂ ਫਿਰ 50,000 ਕਰਾਇਆ, ਅਤੇ ਫਿਰ ਰੋਣ ਕਰਲਾਉਣ ਦੀ ਮੇਰਾ ਜੀ ਬੱਚਾ, ਉਹ ਦੂਸਰੇ ਨੇ ਜਿਹਨੂੰ ਉਹਨਾਂ ਨੰਬਰ ਦਿੱਤਾ ਸੀ, ਉਹ ਰੋਣ ਕਰਲਾਉਣ ਲੱਗ ਪਿਆ। ਮੇਰਾ ਬੱਚਾ ਹਸਪਤਾਲ ਹੈ, ਉਹ ਆਪਰੇਸ਼ਨ ਥੀਏਟਰ ਹੈ ਇਸਲਾਮਾਬਾਦ ਪਿਆ ਫੱਟੇ 'ਤੇ, ਤੇਰੀ ਮਿਹਰਬਾਨੀ ਜੇ ਤੂੰ ਪੈਸੇ ਨਾ ਗਲੇ ਤਾਂ ਬੱਚਾ ਡੈਥ ਹੋ ਜਾਤੀ, ਤੇਰਾ ਵੀ ਬੱਚਾ ਹੋਵੇ ਇਹੋ ਜਿਹਾ ਮਸਲਾ ਹੋਵੇ, ਤੂੰ ਕੀ ਕਰੇਂਦਾ? ਮੈਨੂੰ ਖੁਦਾ ਤਰਸੀ ਆ ਗਈ। ਮੈਂ ਕਿਹਾ ਪਤਾ ਨਹੀਂ ਹਕੀਕਤ ਹੈ, ਮੈਨੂੰ ਇਹਨਾਂ ਚੱਕਰਾਂ ਦੀ ਸਮਝ ਨਹੀਂ ਸੀ। ਬਸ ਸਾਰੀ ਉਮਰ ਤਾਂ ਸਾਦਗੀ 'ਚ ਗੁਜ਼ਾਰੀ, ਬਸ ਮਜਬੂਰੀ ਉਹਦੀ ਸਮਝਿਆ। ਤੁਸੀਂ ਫਿਰ ਇਹ ਜਦੋਂ ਉਹਨਾਂ ਨੇ ਤੁਹਾਡੇ ਕੋਲੋਂ ਪੈਸੇ ਮੰਗੇ ਤੇ ਤੁਸੀਂ ਉਹਨਾਂ ਨੂੰ ਕਿੰਨੇ ਪੈਸੇ ਭੇਜੇ ਤੇ ਕਿੰਨੀ ਵਾਰੀ ਭੇਜੇ? 3 ਵਾਰੀ ਭੇਜੇ ਜੀ, 50,000। ਇੱਕ ਵਾਰੀ 50,000 ਭੇਜਿਆ, ਫਿਰ 10,000, ਫਿਰ 40,000, ਅਤੇ ਫਿਰ ਉਸ ਤੋਂ ਬਾਅਦ ਫਿਰ 50,000, 3 ਦਫਾ 50,000 ਗੱਲਿਆ। ਤੁਹਾਡਾ 1.5 ਲੱਖ ਰੁਪਇਆ ਤੁਸੀਂ ਉਹਨਾਂ ਨੂੰ ਕਰਾ ਦਿੱਤਾ, ਫਿਰ ਕੀ ਹੋਇਆ? ਫਿਰ ਮੈਂ ਘਰ ਆਇਆ ਸ਼ਾਮੀ,
ਆਗੂ ਦੂਸਰੇ ਦਿਨ ਤੇ ਉਹ ਬੱਚੀ ਮੇਰੀ ਜਿਹੜੀ ਨੂੰਹ ਹੈ ਉਹਨੇ WhatsApp 'ਤੇ ਮੇਰੇ ਉਸੇ ਬੱਚੇ ਦਾ ਜਿਹੜਾ ਸੀ ਕੁਵੈਤ ਵਾਲਾ ਉਹਦਾ ਉਹ ਭਾਈ ਲੱਗਦਾ ਉਹਦਾ WhatsApp 'ਤੇ ਨੰਬਰ ਸੀ। ਮੈਂ ਆਖਿਆ ਬੱਚੇ ਕਾਲ ਤਾਂ ਕਰੋ ਨਾ। ਉਹਨੇ ਕਾਲ ਕੀਤੀ ਤੇ ਅੱਗੋਂ ਫਿਰ ਉਹ ਫੈਤ ਓਰੀਜਨਲ ਉਹ ਜਿਹੜਾ ਸੀ ਬੋਲਿਆ। ਉਹਨੇ ਆਖਿਆ ਚਾਚੂ ਤੇਰੇ ਨਾਲ ਕਿਤੇ ਫਰਾਡ ਕਰ ਲਿਆ ਤੇ ਕੀ ਹੋਇਆ ਤੇਰੇ ਨਾਲ, ਤਾਂ ਕਿਵੇਂ ਕੀਤਾ, ਕਾਹੇ ਕੀਤਾ। ਮੈਂ ਵੀ ਹਕੀਕਤ ਸਮਝ ਗਿਆ ਵੀ ਬਿਲਕੁਲ ਇਹ ਤਾਂ ਹੋ ਨਹੀਂ ਸਕਦਾ ਨਾ। ਇਹਨੇ ਤਾਂ ਮੈਨੂੰ ਇਹ ਉਮੀਦ ਹੈ ਉਹ ਇਹ ਖੁਦ ਮਾਲਦਾਰ ਬੰਦੇ ਨੇ, ਇਹ ਕਿਸੇ ਕਰਦੇ ਤਾਂ ਘਰੋਂ ਕਰ ਸਕਦੇ ਸਨ, ਲੇਕਿਨ ਪਰਦਾ ਰੱਖਦੇ ਆ ਉਹ ਧੋਖਾ ਦੇਈ ਨਾਲ ਮੈਨੂੰ ਉਹਨੇ ਇਹ ਚੱਕਰ ਚਲਾ ਦਿੱਤਾ। ਇਹ ਚੱਕਰ ਮੇਰੇ ਨਾਲ ਹੋਇਆ ਹੈ ਹਕੀਕਤ ਖੁੱਲ੍ਹ ਕੇ। ਉਸ ਤੋਂ ਬਾਅਦ ਫਿਰ ਉਸ ਨੰਬਰ 'ਤੇ ਮੈਂ ਕਾਲ ਕੀਤੀ, ਜਿਹੜੇ ਨੰਬਰ 'ਤੇ ਗਲਾਉਂਦਾ ਰਿਹਾ ਉਹ ਨੰਬਰ ਹੀ ਬੰਦ ਹੋ ਗਏ। ਬਸ ਇਤਨੀ ਗੱਲ ਹੈ। ਅੱਛਾ, ਉਹ ਤੁਹਾਡੇ ਨਾਲ 1.5 ਲੱਖ ਦਾ ਫਰਾਡ ਹੋ ਗਿਆ, ਹੁਣ ਉਹਨਾਂ ਨੇ ਉਹ ਨੰਬਰ ਵੀ ਬੰਦ ਕਰਤੇ। ਜ਼ਾਹਰ ਬਾਤ ਹੈ ਉਹ ਫਰਾਡੀਏ ਨੇ, ਉਹਨਾਂ ਨੇ ਤੁਹਾਡੇ ਨਾਲ ਫਰਾਡ ਹੋ ਗਿਆ। ਹੁਣ ਉਹਦੇ ਖਿਲਾਫ ਤੁਸੀਂ ਕੋਈ ਕਾਨੂੰਨੀ ਚਾਰਾਜੋਈ ਕੀਤੀ? ਹਾਂ, ਮੈਂ ਇੱਕ ਦਰਖਾਸਤ ਲਿਖਾਈ ਹੈ SHO ਆਪਣਾ ਪੁਲਿਸ ਥਾਣਾ ਮਾਨਾ ਵਾਲਾ, ਅਤੇ ਹੁਣ ਉਹਨਾਂ ਨੂੰ ਦੇਣ ਵਾਸਤੇ ਕੋ ਰਿਕੁਐਸਟ ਕਰ ਰਿਹਾ ਵੀ ਹੋ ਜਾਏ। ਤੇ ਉਹ ਮੈਂ ਆਪਣਾ ਅਗਲਾ ਅਰਬਾ ਕੋ FII ਜਾਂ ਕਿਧਰ ਜਿੱਧਰ ਵੀ ਕਰਾਂਦਾ। ਅੱਛਾ, ਤੇ ਤੁਸੀਂ ਕੰਮ ਕੀ ਕਰਦੇ ਹੋ? ਤੇ 1.5 ਲੱਖ ਰੁਪਇਆ ਤੁਹਾਡਾ ਚਲਾ ਗਿਆ, ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਰਿਸ਼ਤੇਦਾਰਾਂ ਕੋਲੋਂ ਮੰਗ ਕੇ ਲਿਆਂਦੇ ਨੇ, ਰਿਸ਼ਤੇਦਾਰ ਨੇ ਹੁਣ ਤੁਹਾਨੂੰ ਤਕਾਜ਼ਾ ਕਰਦੇ ਕਿ ਪੈਸੇ ਦਿਓ ਸਾਡੇ? ਉਹ ਮੰਗ ਰਹੇ ਨੇ, ਉਹ ਤਾਂ ਬਾਰ-ਬਾਰ ਫੋਨ ਤੇ ਫੋਨ ਕਰ ਰਹੇ ਨੇ। ਕੱਲ੍ਹ ਬੱਚਾ ਇੱਕ ਆਇਆ, ਉਹ ਯਾਰ ਖਾਲੂ ਪੈਸੇ ਦਿਓ। ਮੈਂ ਆਖਿਆ ਯਾਰ ਹੁਣ ਆਹ ਵੇਖ ਲਓ ਫਰਾਡ ਮੇਰੇ ਨਾਲ ਹੋ ਗਿਆ, ਔਰ ਹਕੀਕਤ ਵੀ ਤੁਹਾਨੂੰ ਪਤਾ ਹੈ ਵੀ ਮੇਰੇ ਨਾਲ ਮੈਂ ਦੂਸਰੀ ਗੱਲ ਨਹੀਂ ਕਰਦਾ। ਅਤੇ ਹੋਰ ਵੇਖ ਲਓ ਫਿਰ ਮੈਂ ਬਣਦੇ ਕਿਧਰ ਤੁਹਾਨੂੰ ਦੇ ਦੇਤਾ। ਘਰ ਦਾ ਕੋਈ ਜਿਹੜਾ ਕੋਈ ਅੱਗੇ ਪਿੱਛੇ ਕੋਈ ਮੋਬਾਈਲ ਬੱਚੀ ਦਾ ਇੱਕ ਵੇਚਿਆ, ਕੋਈ ਇਸੇ ਤਰੀਕੇ ਨਾਲ ਮੈਂ ਕੋਈ ਕਿਧਰੋਂ ਮੰਗ ਪੈਣ ਰਿਹਾ। ਜੇ ਕੋਈ ਲੱਭ ਗਏ ਹੋਰ ਦੇ ਅੱਗੇ ਤਾਂ ਚਲੋ ਜਿਵੇਂ ਅਗਲਿਆਂ ਇਤਮਾਦ ਸਮਝ ਕੇ ਦੇ ਦਿੱਤੇ, ਹੁਣ ਉਹਨਾਂ ਦੇ ਵਾਪਸ ਦੇਣ ਵਾਸਤੇ ਹੀ ਬੜੀ ਮਜਬੂਰੀ ਬਣ गई। जैसा कि आपने सुना कि फ़ोन कॉल के ज़रिए एक नामालूम शख्स ने इनके भतीजे का नाम लिया जो कि कुवैत में मुकीम है, और इनको वर्गलाया कि 5 लाख रुपया मैं आपके अकाउंट में भेज रहा हूँ। फिर बाद में कॉल कर दी कि वो मुझे मजबूरी बन गई है, वो आज इतवार है, छुट्टी है, लिहाजा कल वो पैसे तुम निकलवा लेना। तो इन्होंने उसके बहकावे में आकर तो उन्होंने कहा कि मुझे जहाँ से भी हो ये इतने पैसे भेज दो, मेरा बच्चा बीमार हो गया है। जो भी उसने फ्रॉड के जो उनके पास तरीके होते हैं उन्होंने वर्गला के, तो इस शख्स ने उनको वो 1.5 लाख रुपया 50-50 करके इनको वो करवा दिया उस अकाउंट में। तो वो उसके नंबर्स भी इनके पास हैं, और अब ये उनके ख़िलाफ़ कानूनी चाराजोई कर रहे हैं। तो जब नंबर इनके पास हैं तो पुलिस को भी चाहिए कि वो उन नंबर को ट्रेस करें और इसके पैसे दिलवाएं। तो नाज़रीन, हमारा ये इंटरव्यू इनका दिखाने का मकसद सिर्फ यही है कि अगर किसी भी शख्स को कोई किसी नामालूम मकाम से या नेट पे कोई कॉल आए या कोई पैसे मांगे तो वो बिल्कुल उसकी तस्दीक करें, उसके बगैर किसी को पैसे ना दें। जैसा कि ये बुज़ुर्ग हैं, गरीब आदमी हैं, लोगों से जो कर्ज़ उठा के इन्होंने दिया कि चलें 5 लाख उसने भेज दिए हैं तो मैं कल निकलवा के उनको दे दूँगा। तो अब इनका जो मसला बन चुका है कि वो 1.5 लाख वो भी तकाज़ा कर रहे हैं, घर में भी इनके फाकों की नोयत है। तो कहने का मकसद यही है कि ऐसे फ्राडियों से आपको सब लोगों को, आवाम को होशियार रहना चाहिए कि ये लोग सिर्फ फ्रॉड करते हैं और लोगों को लूट रहे हैं। इनके ख़िलाफ़ कानूनी चाराजोई होनी चाहिए। तो नाज़रीन, देखते रहें, क्योंकि कोई देखे ना देखे खलील तो देखेगा। इसी के साथ ही अपने मेज़बान खलील अहमद सज्जाद को इजाज़त दीजिए। अल्लाह निगहबान।